प्रोग्राम रणजीत नगारा देख रहे सारे दर्शकों ਨੂੰ मैं सरबजीत सिंह ਘੁਮਾਣ फतेह अर्ज करदा हाँ जी। वाहिगुरू जी का खालसा वाहिगुरू जी की फतेह। ਅੱਜ ਸੁਪਰੀਮ ਕੋਰਟ ਨੇ ਜਿਹੜਾ ਫੈਸਲਾ ਦਿੱਤਾ ਉਹਦੇ ਵਿੱਚ ਇਹ ਆ ਵੀ ਇੱਕ ਤਾਂ ਜਿਹੜੇ ਕਾਨੂੰਨ ਨੇ ਉਹਨਾਂ ਦੇ ਉੱਤੇ ਲਾਗੂ ਹੋਣ ਦੇ ਉੱਤੇ ਇੰਪਲੀਮੈਂਟੇਸ਼ਨ ਦੇ ਉੱਤੇ ਰੋਕ ਲਾਤੀ। अगले हुक्म तक रोक आ वो 2 महीनों 2 साल जिदन का मर्जी मूड जा बनू उदन रोक चक देणगे। दूजी 4 बंदियां की कमेटी बनाती ते चारे बंदे वो ने जिन्हां ने इन्हां काले कानूनां की ठोक बजा के पहला ही हमायत की हुई है। सो कहना तो नहीं चाहिए पर कहना बनता है बई ਜਿਹੜੇ ਸੁਪਰੀਮ ਕੋਰਟ ਦੇ ਜੱਜ ਸਾਹਿਬ ਨੇ ਉਹਨਾਂ ਨੇ ਬੜੇ ਸਲੀਕੇ ਨਾਲ ਇੱਕ ਸ਼ੇਰ ਚੇਤੇ ਆ ਰਿਹਾ, ਕਹਿੰਦਾ इनसे भी मिलिए सलीके वाले लोग हैं, इनसे भी मिलिए सलीके वाले लोग हैं, सार भी कलम करेंगे तो एहतराम से। बई सिर तो तेरा चाहे कतल करना होवे इन्हां ने पर वो भी बड़ा सलीके नाल करनगे, बड़ा एहतराम ना करनगे। सलीके वाले लोग है ना, तो सलीके वाले जज ने सलीके नाल किसानी संघर्ष का एक तरीके नाल झटका करता ते सरकार दी टेढ़े ढंग नाल मदद करती। मदद एक तो चलो ये करती बई चारे दे चारे ਉਹ ਬੰਦੇ ਕਮੇਟੀ ਦੇ ਮੈਂਬਰ ਬਣਾ ਦਿੱਤੇ ਆ ਜਿਹੜੇ ਇਸ ਕਾਲੇ ਕਾਨੂੰਨਾਂ ਦੇ ਪੱਕੇ ਹਮਾਇਤੀ ਆ। ਦੂਜਾ ਉਹਨਾਂ ਨੇ ਜਿਹੜਾ ਸਟੇ ਲੱਗਿਆ, ਸਟੇ ਵਾਲੀ ਤਾਂ ਗੱਲ ਹੀ ਨਹੀਂ ਸੀ ਕੋਈ। ਕਿਸਾਨਾਂ ਨੇ ਤਾਂ ਸਟੇ ਸਟੂ ਮੰਗਿਆ ਨਹੀਂ, ਸਟੇ ਤਾਂ ਕੋਈ ਵੀ ਨਹੀਂ ਮੰਗਦਾ। ਸਾਰੇ ਜਾਣੇ ਰੱਦ ਕਰਨ ਨੂੰ ਕਹਿੰਦੇ ਆ ਵੀ ਰੱਦ ਕਰੋ। ਸੋ ਰੱਦ ਕਰਨ ਦੀ ਬਜਾਏ ਇਹ ਇੱਕ ਨਵਾਂ ਫਾਨਾ ਠੋਕਤਾ ਤੇ ਇੱਧਰ ਹੁਣ ਸੁਪਰੀਮ ਕੋਰਟ ਦੇ ਇਸ ਫੈਸਲੇ ਦੇ ਬਾਰੇ ਕਿਸਾਨ ਜਥੇਬੰਦੀਆਂ ਨੇ ਇੱਕ ਤਾਂ ਇਹ ਕਹਿਤਾ ਵੀ ਅਸੀਂ ਕੋਈ ਕਮੇਟੀ ਮੰਗੀ ਨਹੀਂ ਸੀ, ਕਾਨੂੰਨ ਰੱਦ ਕਰਨਾ ਹੀ ਇੱਕੋ ਇੱਕ ਹੱਲ ਵਾ, ਇਸ ਕਰਕੇ ਅਸੀਂ ਆਪਦਾ ਜਿਹੜਾ ਸੰਘਰਸ਼ ਆ ਇਹ ਜਾਰੀ ਰੱਖਾਂਗੇ ਜਦੋਂ ਤੱਕ ਇਹ ਕਾਨੂੰਨ ਵਾਪਸ ਨਹੀਂ ਹੁੰਦੇ ਉਦੋਂ ਤੱਕ ਅਸੀਂ ਇੱਥੇ ਬੈਠੇ ਹਾਂ ਤੇ ਜਿੱਦਣ ਇਹ ਕਾਲੇ ਕਾਨੂੰਨ ਖਤਮ ਹੋ ਜਾਣਗੇ ਉਦੋਂ ਅਸੀਂ ਘਰਾਂ ਨੂੰ ਜਾਵਾਂਗੇ। ਚਲੋ ਇਹ ਤਾਂ ਇੱਕ ਚੰਗੀ ਗੱਲ ਆ, ਪਰ ਇਹਦੇ ਉੱਤੇ ਆਪਾਂ ਹੁਣ ਆਪਦੀ ਕਮੈਂਟਰੀ ਜੇ ਕਰੀਏ, ਚਰਚਾ ਜੇ ਕਰੀਏ, ਤਬਸਰਾ ਜੇ ਕਰੀਏ ਤਾਂ ਗੱਲ ਸੱਜਣੋ ਇਹ ਹੈ ਕਿ ਜਦੋਂ 2 4 10 ਦਿਨ 15 ਦਿਨ ਬਾਅਦ ਸਥਿਤੀ ਉੱਤੇ ਨਜ਼ਰ ਮਾਰਾਂਗੇ ਤਾਂ ਅੱਜ ਵਾਲੇ ਹਾਲਾਤ ਨਹੀਂ ਹੋਣੇ। ਉਦੋਂ ਗੱਲ ਹੋਰ ਹੋਣੀ ਆ। ਲੋਕਾਂ ਨੇ ਕਹਿਣਾ ਕਿ ਜੀ ਪਤਾ ਨਹੀਂ ਕਦੋਂ ਹੁਣ ਕਿਹੜੇ ਰਾਜੇ ਦੀ ਪਰਜਾ ਹੋਣੀ ਆ, ਕਦੋਂ ਇਹ ਮਸਲਾ ਜਿਹੜਾ ਹੈਗਾ ਤੁਰਨਾ ਹੁਣ ਠੰਡਾ ਹੋਇਆ ਹੈ ਤੇ ਹੁਣ ਘਰ ਦੇ ਕੰਮ ਚੇਤੇ ਆ ਜਾਣੇ ਆ। ਹੁਣ ਲੋਕਾਂ ਨੂੰ ਮੰਗਣੇ ਵਿਆਹ ਸ਼ਾਦੀਆਂ ਖੁਸ਼ੀਆਂ ਗਮੀਆਂ ਚੇਤੇ ਆ ਜਾਣੀਆਂ ਤੇ ਢਿੱਲਾ ਕੰਮ ਪੈ ਜਾਣਾ, ਕਿਉਂਕਿ ਜਿਹੜਾ ਆ ਮੋਮੈਂਟਮ ਹੁਣ ਬਣਿਆ ਹੋਇਆ ਸੀ ਕਰੋ ਜਾਂ ਮਰੋ ਵਾਲੀ ਗੱਲ ਬਣੀ ਹੋਈ ਸੀ, ਇਹਦੇ ਉੱਤੇ ਅਸਰ ਪਊਗਾ। ਅੱਜ ਦੀ ਜਿਹੜੀ ਮਨੋ ਅਵਸਥਾ ਸੀ ਸੰਘਰਸ਼ੀਲ ਯੋਧਿਆਂ ਦੀ ਉਹ ਹੋਰ ਸੀ, ਅਗਲੇ ਦਿਨਾਂ 'ਚ ਹੋਰ ਹੋ ਜਾਣੀ। ਇਹ ਸਾਈਕੋਲੋਜੀਕਲੀ ਮਨੋਵਿਗਿਆਨਕ ਤੌਰ ਦੇ ਉੱਤੇ ਸੰਘਰਸ਼ ਦੇ ਉੱਤੇ ਸੱਟ ਮਾਰੀ ਗਈ ਆ, ਜਿਹਦੇ ਵਿੱਚ ਸੁਪਰੀਮ ਕੋਰਟ ਦੀ बड़े सलीके नाल वरतों की गई है। दूसरा यह है कि पहला अज तक यही कहा जाता रहा किसान यूनियनां वल्लों भी असी तां मंगी नहीं कोई सुप्रीम कोर्ट की दखल अंदाजी, ते सुप्रीम कोर्ट ने तां कानून बनाए नहीं, ते सुप्रीम कोर्ट ने तां लोकां 'च जाना नहीं हैगा कल नूं वोटां मंगण। इन्हां ने वोटां मंगण जाना, जे रद्द नहीं करनगे, जे साडी गल नहीं सुणनगे
ਤਾਂ ਲੋਕਾਂ ਤੋਂ ਆਪੇ ਵੋਟਾਂ ਪੋ ਕੇ ਛਿੱਤਰ ਖਾਣਗੇ। ਇਸ ਕਰਕੇ ਅਸੀਂ ਤਾਂ ਇਸ ਪਾਰਲੀਮੈਂਟ ਦੇ, ਇਸ ਸਰਕਾਰ ਦੇ, ਮੋਦੀ ਸਰਕਾਰ ਦੇ ਹੀ ਦੁਆਲੇ ਹੋਣਾ ਕਿ ਤੁਸੀਂ ਇਹ ਕਾਨੂੰਨ ਰੱਦ ਕਰੋ। ਪਰ ਜਿਹੜੀ ਗੱਲ ਉਦਣ ਪਿਛਲੀ ਮੀਟਿੰਗ ਵਿੱਚ ਤੋਮਰ ਨੇ ਕਹੀ ਸੀ ਵੀ ਆਪਾਂ ਅਦਾਲਤ ਦੀ 11 ਵਾਲੀ ਤਰੀਕ ਨੂੰ ਦੇਖ ਲਈਏ, ਉਦਣ ਹੀ ਲੋਕਾਂ ਨੂੰ ਮਾੜੀ ਮੋਟੀ ਸਮਝ ਲੱਗ ਗਈ ਸੀ ਕਿ ਉੱਥੋਂ ਸੁਪਰੀਮ ਕੋਰਟ ਤੋਂ ਪੱਤਾ ਖੇਡਣਗੇ। ਤੋਂ ਸੁਪਰੀਮ ਕੋਰਟ ਦਾ ਪੱਤਾ ਹੁਣ ਇਹ ਹੈ ਕਿ 4 ਮੈਂਬਰੀ ਜਿਹੜੀ ਕਮੇਟੀ ਬਣਾਈ ਆ ਸਰਕਾਰ ਨੇ, ਸੁਪਰੀਮ ਕੋਰਟ ਨੇ, ਉਹਨੂੰ ਇਹ ਰੱਦ ਕਰਨਗੇ ਕਿ ਅਸੀਂ ਤਾਂ ਜੀ ਇਹ ਕਮੇਟੀ ਮੰਨਦੇ ਨਹੀਂ। ਇਹ ਕਮੇਟੀ ਦੇ 4 ਮੈਂਬਰ ਜਿਹੜੇ ਆ ਪਹਿਲਾਂ ਹੀ ਪ੍ਰੋ ਸਟੇਟ ਨੇ ਤੇ ਕਾਲੇ ਕਾਨੂੰਨਾਂ ਦੇ ਹਮਾਇਤੀ ਆ। ਤਾਂ ਸੁਪਰੀਮ ਕੋਰਟ ਦੇ ਵਿੱਚ ਹੀ ਜਾਣਾ ਪਊਗਾ ਨਾ ਜਦੋਂ ਕਹਾਂਗੇ ਕਿ ਜੀ ਅਸੀਂ ਇਹਨੂੰ ਮੰਨਦੇ ਨਹੀਂ। ਤੇ ਜਦੋਂ ਸੁਪਰੀਮ ਕੋਰਟ ਦੇ ਵਿੱਚ ਇਹ ਗੱਲ ਕਹੀ ਤਾਂ ਉਹਨਾਂ ਨੇ ਕਹਿਣਾ ਵੀ ਠੀਕ ਆ, ਤੁਸੀਂ ਦੱਸੋ ਜਿਹੜੇ ਮੈਂਬਰ ਤੁਸੀਂ ਪਾਉਣੇ ਆ ਉਹ ਪਾ ਲੈਂਦੇ ਆ। ਤੇ ਇਉਂ ਫਿਰ ਘੁਮਾ ਕੇ ਕੰਨ ਫੜ ਲੈਣਾ ਤੇ ਇਉਂ ਫਿਰ ਕਹਿਣਗੇ ਕਿ ਠੀਕ ਆ ਜੀ ਕਮੇਟੀ ਦਾ ਮੰਨਦੇ ਹੋ। ਤਾਂ ਜਿਹੜੀ ਗੱਲ ਅੱਜ ਤੱਕ ਨਹੀਂ ਮੰਨੀ ਕਿਸਾਨ ਯੂਨੀਅਨਾਂ ਨੇ, ਉਹ ਫਿਰ ਮੰਨਣ ਲਈ ਮਜਬੂਰ ਕਰ ਦਿੱਤਾ ਜਾਊਗਾ ਕਿ ਸੁਪਰੀਮ ਕੋਰਟ ਦੀ ਬਣਾਈ ਹੋਈ ਕਮੇਟੀ ਦੇ ਮੈਂਬਰ ਬਣੋ। ਤੁਸੀਂ ਵੀ ਨਾਂ ਦੇ ਦਿਓ, ਸਰਕਾਰ ਵੀ ਨਾਂ ਦਿੰਦੀ ਆ, ਅਸੀਂ ਫਿਰ ਉਹਦੇ ਚੋਂ ਕਮੇਟੀ ਫਾਈਨਲ ਕਰ ਲਿਆਂਗੇ ਕਿਹੜੀ ਬਣਾਉਣੀ। ਸੁਪਰੀਮ ਕੋਰਟ ਇਸ ਤਰੀਕੇ ਨਾਲ ਇਸ ਗੱਲ ਦਾ ਹਿੱਸਾ ਬਣ ਗਈ। ਤੇ ਜਿਹੜਾ ਜੱਜ ਵਾ ਉਹਨੇ, ਕਿਉਂਕਿ ਜਿਵੇਂ ਪਹਿਲਾਂ ਰੰਜਨ ਗਗੋਈ ਵਾਲਾ ਮਾਮਲਾ ਸਾਡੇ ਸਾਹਮਣੇ ਆ, ਕੀ ਪਤਾ ਭਾਈ ਕੀ ਅੰਦਰ ਖਾਤੇ ਚੱਲਦਾ, ਅਗਲੇ ਨੇ ਕੱਲ੍ਹ ਨੂੰ ਕੋਈ ਅਹੁਦਾ ਲੈਣਾ ਹੋਊਗਾ, ਉਹੋ ਜੀ ਗੱਲ ਉਹ ਕਰ ਦੂਗਾ। ਵੈਸੇ ਤਾਂ ਹੋਣੀ ਇੰਨੇ ਕੁ ਗੱਲ ਨਾਲ ਹੀ ਕੰਮ ਕਾਫੀ ਉਹਦੇ ਨੰਬਰ ਤਾਂ ਬਣ ਗਏ ਹੋਣਗੇ। ਜਿਹੜੇ ਵੱਡੇ ਪਾਰਲੀਮੈਂਟ ਦੇ ਮੈਂਬਰ ਨੇ, ਆਗੂ ਨੇ, ਮੋਦੀ ਹੋਣੀ ਆ ਜਾਂ ਹੋਰ ਜਿਹੜੇ ਕਾਰਪੋਰੇਟ ਘਰਾਣੇ ਆ, ਉਹ ਤਾੜੀਆਂ ਮਾਰ ਮਾਰ ਕੇ ਅੰਦਰ ਖਾਤੇ ਹੱਸਦੇ ਜ਼ਰੂਰ ਹੋਣਗੇ ਬਈ ਆਹ ਤਾਂ ਗੱਲ ਸੋਚੀ ਹੋਈ ਨਹੀਂ ਸੀ ਕਿ ਸੁਪਰੀਮ ਕੋਰਟ ਦੇ ਜੱਜ ਦੀ ਵਰਤੋਂ ਕਰਕੇ ਵੀ ਮਸਲਾ ਹੱਲ ਹੋ ਸਕਦਾ। ਹੁਣ ਇਹ ਲੋਕ ਘਰਾਂ ਨੂੰ ਜਾਣਗੇ ਹੀ ਜਾਣਗੇ। ਤੇ ਜਦੋਂ ਦੁਬਾਰਾ ਕਿਤੇ ਲੋੜ ਪਈ, ਦੁਬਾਰਾ ਕਿਤੇ ਗਰਮਾ ਗਰਮੀ ਹੋਈ, ਉਦੋਂ ਕਿਹੜੇ ਰਾਜੇ ਦੀ ਪਰਜਾ ਹੋਣੀ ਆ, ਉਦੋਂ ਇਹਨਾਂ ਨੂੰ ਘਰਾਂ ਚੋਂ ਨਿਕਲਣ ਨਹੀਂ ਦੇਣਾ। ਉਦੋਂ ਐਂ ਕਰ ਲਾਂਗੇ, ਉਹ ਕਰ ਲਾਂਗੇ, 100 ਹੱਲ ਅਗਲੇ ਸੋਚ ਲੈਂਦੇ। ਸੋ ਅੱਜ ਵਾਲੇ ਸੁਪਰੀਮ ਕੋਰਟ ਦੇ ਇਸ ਫੈਸਲੇ ਨੇ ਸੰਘਰਸ਼ਸ਼ੀਲ ਧਿਰਾਂ ਦਾ ਨੁਕਸਾਨ ਕੀਤਾ ਤੇ ਸਰਕਾਰ ਦਾ ਫਾਇਦਾ ਕੀਤਾ ਹੈ। ਕੱਲ ਜਦੋਂ ਸੁਪਰੀਮ ਕੋਰਟ ਦੇ ਜੱਜ ਨੇ ਸਰਕਾਰ ਨੂੰ ਝਾੜਿਆ ਸੀ, ਉਦੋਂ ਜੇ ਗੱਲ ਕਹਿੰਦੇ ਵੀ ਭਾਈ ਇਹ ਜਿਹੜੀ ਝਾੜ ਹੈ ਇਹ ਉਵੇਂ ਆ ਜਿਵੇਂ ਥਾਣੇਦਾਰ ਦਾ ਜਾਂ ਸਰਪੰਚ ਦਾ ਕੋਈ ਵਾਕਫ ਹੋਵੇ, ਰਿਸ਼ਤੇਦਾਰ ਹੋਵੇ, ਉਹਦੀ ਕੋਈ ਗਲਤੀ ਹੋਵੇ, ਉਹਦਾ ਕੋਈ ਫਾਇਦਾ ਕਰਨਾ ਹੋਵੇ ਤਾਂ ਉਹਨੂੰ 4 ਬੰਦਿਆਂ 'ਚ ਝੜਕਾ ਝੁੜਕਾ ਜਿਹੀਆਂ ਮਾਰ ਦੇਈਦੀਆਂ ਰਹੀਆਂ। ਪਰ ਅੰਤਮ ਰਿਜ਼ਲਟ ਇਹ ਹੀ ਹੁੰਦਾ 2 ਮਹੀਨਿਆਂ ਨੂੰ ਬਾਅਦ 'ਚ ਸਮਝ ਆਉਂਦੀ ਆ ਬੰਦਿਆਂ ਨੂੰ ਕਿ ਉਦਣ ਸਾਡੇ ਨਾਲ ਤਾਂ ਬਦੰਗੀ ਖੇਡ ਗਏ। 4 ਕੁ ਪੋਲੀਆਂ ਗੱਲਾਂ ਸੁਣਾ ਕੇ ਕੰਮ ਕੋਈ ਹੋਰ ਹੀ ਕਰ ਗਏ ਅਗਲੇ। ਇਹੀ ਗੱਲ ਕੱਲ ਵਾਲੀ ਸੁਪਰੀਮ ਕੋਰਟ ਦੇ ਸਾਰੇ ਜੱਜ ਦੀ ਕਹਾਣੀ ਹੈ। ਖੈਰ ਜਿਹੜੇ ਆ ਦਿਨ ਚੱਲ ਪਏ ਆ ਨਾ ਜੀ, ਹੁਣ ਅੱਜ ਤੱਕ ਤਾਂ ਖੇਡ ਸੀ ਪੋਲੀ ਜੀ, ਹੈ ਤਾਂ ਹੁਣ ਵੀ ਕਾਫੀ ਕੁਝ ਹੋਇਆ। ਪਰ ਜਿਹੜੀ ਕਿਸਾਨ ਯੂਨੀਅਨਾਂ ਦੀ ਲੀਡਰਸ਼ਿਪ ਆ, ਜਿਹਦੇ ਵਿੱਚ ਖਾਸ ਤੌਰ ਤੇ ਉਹ ਲੋਕ ਜਿਨ੍ਹਾਂ ਦੇ ਮਾਈਂਡ ਦੇ ਵਿੱਚ ਸਿੱਖੀ ਅਤੇ ਸਿੱਖਾਂ ਪ੍ਰਤੀ ਖਾਸ ਤੌਰ ਤੇ ਕੜੱਤਣ ਹੈ, ਜਿਨ੍ਹਾਂ ਦੇ ਦਿਲ ਦਿਮਾਗ ਦੇ ਵਿੱਚ ਲਾਲ ਝੰਡਾ ਇੰਨੀ ਬੁਰੀ ਤਰ੍ਹਾਂ ਘੁਸਿਆ ਹੋਇਆ, ਉਹਨਾਂ ਨੂੰ ਲੱਗਦਾ ਕਿ ਧਰਤੀ ਦੇ ਸਭ ਤੋਂ ਆਖਰੀ ਸਿਆਣੇ ਅਸੀਂ ਆ ਤੇ ਧਰਤੀ ਦੇ ਸਭ ਤੋਂ ਭੈੜੇ ਲੋਕ ਸਿੱਖ ਨੇ। ਇੱਕ ਇਹੋ ਜਿਹਾ ਸੋਚ ਵਾਲਾ ਬੰਦਾ ਵੀ, ਇਹੋ ਜਿਹੀ ਮਾਈਂਡ ਸੈੱਟ ਵਾਲਾ ਬੰਦਾ ਵੀ ਇਸ ਸੰਘਰਸ਼ ਦੇ ਵਿੱਚ ਕਾਮਰੇਡ ਜਥੇਬੰਦੀਆਂ ਦੇ ਆਗੂ ਦੇ ਰੂਪ ਦੇ ਵਿੱਚ ਪੂਰੀ ਤਰ੍ਹਾਂ ਸਰਗਰਮ ਹੈਗੇ ਆ। ਜਿਹੜੇ ਇਦਾਂ ਦੇ ਲੋਕ ਨੇ, ਉਹਨਾਂ ਦੇ ਕਰਕੇ ਸਾਡੇ ਪਿਛਲੇ 40 ਸਾਲ ਤੋਂ ਸਾਡੀ ਕੌਮ ਦਾ ਬਹੁਤ ਵੱਡਾ ਹਿੱਸਾ ਜਿਹੜਾ ਉਹਨਾਂ ਦੀ ਵਿਦਵਤਾ, ਉਹਨਾਂ ਦੇ ਗਿਆਨ ਤੇ ਉਹਨਾਂ ਦੇ ਬੋਲਾਂ ਕਰਕੇ ਇਹ ਕਹਿਣ ਤੇ ਤੁਲਿਆ ਹੋਇਆ ਕਿ ਜੀ ਐਵੇਂ ਹੀ ਮਸਲਾ ਵਧਾ ਲਿਆ ਖਾਲਿਸਤਾਨ ਵਾਲਾ, ਭਾਰਤੀ ਹਕੂਮਤੀ ਤੰਤਰ 'ਚ ਯਕੀਨ ਰੱਖਦੇ, ਡੈਮੋਕ੍ਰੇਸੀ 'ਚ ਯਕੀਨ ਰੱਖਦੇ ਸਿੱਖ ਧਰਮ ਯੁੱਧ ਮੋਰਚੇ ਦੌਰਾਨ ਜਦੋਂ ਮੀਟਿੰਗਾਂ ਹੁੰਦੀਆਂ ਸੀ, ਜੇ ਉਦੋਂ ਬੰਦਿਆਂ ਵਾਂਗੂ ਗੱਲ ਕਰਦੇ,
ਭਾਰਤੀ ਸੰਸਥਾਵਾਂ 'ਚ ਯਕੀਨ ਰੱਖਦੇ, ਲੋਕਤੰਤਰ ਵਿੱਚ ਯਕੀਨ ਰੱਖਦੇ, ਤਾਂ ਆਹ ਦਿਨ ਨਹੀਂ ਸੀ ਦੇਖਣੇ ਪੈਣੇ। ਉਹ ਜੀ ਇਹਨਾਂ ਨੂੰ ਅਕਲ ਹੀ ਨਹੀਂ ਹੈਗੀ। ਇਹ ਜੀ ਜਿਹੜੇ ਸਿੱਖ ਨੇ ਇਹ ਤਾਂ ਹਰੇਕ ਵਾਰੀ ਨਵੀਆਂ ਉੱਥੇ ਮੰਗਾਂ ਰੱਖ ਦਿੰਦੇ ਸੀ, ਅਸਲੀ ਮੰਗ ਤਾਂ ਫਿਰ ਪਿੱਛੇ ਹੀ ਰਹਿ ਗਈ। ਇਹਨਾਂ ਨੇ ਜੀ ਮੁਲਕ ਦੀਆਂ ਸੰਵਿਧਾਨਕ ਸੰਸਥਾਵਾਂ ਦਾ ਸਤਿਕਾਰ ਹੀ ਨਹੀਂ ਕੀਤਾ। ਇਹਨਾਂ ਨੂੰ ਤਾਂ ਜੀ ਸਿੱਖਾਂ ਨੂੰ ਤਾਂ ਇੰਨਾ ਤਾਪ ਚੜਿਆ ਹੋਇਆ ਸੀ, ਇੰਨੀ ਇਹ ਗਰਮੀ ਦਿਖਾਉਂਦੇ ਸੀ ਵੀ ਇਹਨਾਂ ਨੂੰ ਤਾਂ ਬੜਾ ਔਖਾ ਉਹਨਾਂ ਨੇ 2-3 ਸਾਲ ਨਿਗਾਹੇ ਸਰਕਾਰ ਨੇ, ਨਹੀਂ ਤਾਂ 84 ਵਾਲਾ ਕੰਮ ਕਿਤੇ ਪਹਿਲਾਂ ਹੀ ਹੋ ਜਾਣਾ ਸੀ। ਸੋ ਇਹ ਜਿਹੜੇ ਲੋਕ ਬਾਅਦ 'ਚ ਹਥਿਆਰ ਚੱਕ ਕੇ ਤੁਰ ਪਏ, ਫਿਰ ਬੜਾ ਕੁਝ ਹੋਇਆ। ਸੋ ਇਸੇ ਕਰਕੇ ਅਸੀਂ ਕਾਮਰੇਡ ਜਿਹੜੇ ਆ ਇਹਨਾਂ ਨੂੰ ਗਾਲਾਂ ਕੱਢਦੇ ਆ ਸਿੱਖਾਂ ਨੂੰ, ਇਸੇ ਕਰਕੇ ਇਹਨਾਂ ਨੂੰ ਭੰਡਦੇ ਆ। ਇਹੋ ਜਿਹੀ ਗੱਲ ਕਹਿਣ ਵਾਲੇ ਜਾਂ ਇਹੋ ਜਿਹੀਆਂ ਵਿਚਾਰਾਂ ਵਾਲੇ ਬੜੇ ਲੋਕ ਨੇ ਜਿਨ੍ਹਾਂ ਦੇ ਅਸਰ ਵਿੱਚ, ਕਿਉਂਕਿ ਉਹ ਕਵਿਤਾਵਾਂ ਜੀਆਂ ਲਿਖਦੇ ਆ, ਡਰਾਮੇ ਜੇ ਕਰਦੇ ਆ, ਆਰਟ ਦੇ ਰਾਹੀਂ, ਨਾਟਕਾਂ ਰਾਹੀਂ, ਫਿਲਮਾਂ ਰਾਹੀਂ, ਬੜੇ ਢੰਗ ਤਰੀਕਿਆਂ ਰਾਹੀਂ 1978 ਤੋਂ ਹੁਣ ਤੱਕ ਜਿਨ੍ਹਾਂ ਨੇ ਲੜਾਈ ਲੜੀ ਆ, ਉਹ ਚਾਹੇ ਸ਼ਹੀਦ ਹੋ ਚੁੱਕੇ ਆ, ਚਾਹੇ ਜਿਉਂਦੇ ਆ, ਉਹਨਾਂ ਨੂੰ ਬਹੁਤ ਜ਼ਿਆਦਾ ਭੰਡਦੇ ਨਿੰਦਦੇ ਆ, ਜਿਹਦੀ ਕਰਕੇ ਸਾਡੀ ਕੌਮ ਦਾ ਬਹੁਤ ਵੱਡਾ ਹਿੱਸਾ ਵੀ ਲਾਈ ਲੱਗ ਪੁਣੇ 'ਚ ਉਹਨਾਂ ਦੇ ਮਗਰ ਲੱਗਿਆ ਹੋਇਆ। ਤੇ ਅੱਜ ਅਕਾਲ ਪੁਰਖ ਵਾਹਿਗੁਰੂ ਦੀ ਰਹਿਮਤ ਸਦਕਾ ਉਹਨਾਂ ਸਾਰਿਆਂ ਦੀ ਪਰਖ ਦੀ ਘੜੀ ਆ ਗਈ ਆ। ਆ ਜਿਹੜਾ ਸੰਘਰਸ਼ ਚੱਲ ਰਿਹਾ ਉਹਦੇ 'ਚ ਕੋਈ ਗੱਲ ਲੁਕੀ ਛਿਪੀ ਨਹੀਂ ਰਹੀ। ਇਹਨਾਂ ਲਾਲ ਝੰਡੇ ਵਾਲਿਆਂ ਨੇ ਪੂਰਾ ਜ਼ੋਰ ਲਾ ਕੇ ਇਸ ਸੰਘਰਸ਼ ਨੂੰ ਇਕੱਲੇ ਕਾਮਰੇਡਾਂ ਦਾ ਸੰਘਰਸ਼ ਬਣਾਉਣ ਦੀ ਪੂਰੀ ਜਿੱਦ ਰੱਖੀ ਆ, ਤੇ ਨਾਲ ਇਹ ਰੱਖਿਆ ਵੀ ਸਿੱਖ ਮਾਈਂਡਡ, ਪੰਥਕ ਮਾਈਂਡਡ ਲੋਕਾਂ ਨੂੰ ਪਾਸੇ ਰੱਖਣਾ। ਉਹਨਾਂ ਦੀ ਇਹ ਗੰਦੀ ਸੋਚ ਪ੍ਰਵਾਨ ਤਾਂ ਨਹੀਂ ਚੜ੍ਹੀ। ਸਾਰਿਆਂ ਦੇ ਸਾਹਮਣੇ ਆ ਕਿ ਕਿਵੇਂ ਇਸ ਸੰਘਰਸ਼ ਵਿੱਚ ਸਿੱਖ ਮਾਨਸਿਕਤਾ ਪੂਰੇ ਜਾਹੋ ਜਲਾਲ ਦੇ ਨਾਲ, ਖਾਲਸਾਈ ਜਿਹੜੀ ਸ਼ਾਨ ਆ ਉਹ ਪੂਰੇ ਜਾਹੋ ਜਲਾਲ ਦੇ ਨਾਲ ਕਿਵੇਂ ਹਾਜ਼ਰੀਆਂ ਭਰ ਰਹੀ ਆ। ਖਾਲਸਾਈ ਝੰਡੇ ਵੀ ਝੂਲ ਰਹੇ ਆ, ਗੁਰੂ ਕੇ ਲੰਗਰ ਵੀ ਲੱਗੇ ਹੋਏ ਆ, ਗੁਰਮਤ ਅਨਸਾਰੀ ਬਹੁਤ ਸਾਰਾ ਉੱਥੇ ਲਿਟਰੇਚਰ ਤੇ ਗੁਰੂ ਸਾਹਿਬ ਦੇ ਦਰਸ਼ਨ ਦਿਦਾਰੇ, ਜਦੋਂ ਵੀ ਕੋਈ ਸਮਾਗਮ ਹੁੰਦਾ ਉੱਥੇ ਸੁਖਮਨੀ ਸਾਹਿਬ ਦੇ ਪਾਠ ਹੁੰਦੇ ਆ। ਐਵੇਂ ਨਹੀਂ ਸ਼ਹੀਦੀ ਦਿਹਾੜੇ ਮਨਾਏ ਜਾ ਰਹੇ। ਇਹ ਜਿਹੜਾ ਸਾਰਾ ਕੁਝ ਉੱਥੇ ਚੱਲ ਰਿਹਾ, ਇਹ ਇਸ ਗੱਲ ਦੇ ਬਾਵਜੂਦ ਕਿ ਕਾਮਰੇਡ ਲੌਂਗ ਲਾਣੇ ਨੇ ਪੂਰਾ ਠੋਕਵਾਂ ਸਟੈਂਡ ਲਿਆ ਹੋਇਆ ਕਿ ਅਸੀਂ ਇਸ ਸੰਘਰਸ਼ ਨੂੰ ਕਾਮਰੇਡਾਂ ਦਾ ਸੰਘਰਸ਼ ਬਣਾ ਕੇ ਹਟਣਾ। ਪਰ ਧੰਨ ਦੇ ਨੇ ਗੁਰੂ ਦੇ ਪਿਆਰੇ ਸਿੱਖ ਜਿਹੜੇ ਇਹਨਾਂ ਦੀ ਇਸ ਕਲੈਣੀ ਸੋਚ ਨੂੰ ਟੱਕਰ ਦਿੰਦੇ ਰਹੇ ਤੇ ਆਪਦੇ ਫਰਜ਼ ਨਿਭਾਉਂਦੇ ਰਹੇ। ਅੱਜ ਜੇ ਸਾਰੇ ਸੰਸਾਰ ਦੇ ਵਿੱਚ ਇਸ ਸੰਘਰਸ਼ ਦੀ ਇੱਜ਼ਤ ਹੋ ਰਹੀ ਆ, ਤਾਂ ਲੋਕ ਇਹ ਦੇਖ ਰਹੇ ਨੇ ਕਿ ਇਹ ਪੱਗਾਂ ਦਾੜੇ ਵਾਲੇ ਸਿੱਖਾਂ ਦਾ ਸੰਘਰਸ਼ ਆ। ਇਸ ਕਰਕੇ ਲੋਕ ਬੜੇ ਹੈਰਾਨ ਨੇ ਕਿ ਕਾਮਰੇਡਾਂ ਨੇ ਤੇ ਕਾਂਗਰਸ ਨੇ, ਭਾਰਤੀ ਹਕੂਮਤੀ ਤੰਤਰ ਨੇ ਤਾਂ ਭੰਡਿਆ ਹੀ ਬੜਾ ਇਹ ਸਿੱਖਾਂ ਨੂੰ ਕਿ ਇਹ ਤਾਂ ਜੀ ਸ਼ਾਂਤੀ ਦੇ ਬਿਲਕੁਲ ਉਲਟ ਨੇ, ਅਸ਼ਾਂਤੀ ਫੈਲਾ ਦਿੰਦੇ ਆ, ਬੜੇ ਮਾੜੇ ਬੰਦੇ ਆ, ਬੜੇ ਭੈੜੇ ਬੰਦੇ ਆ। ਪਰ ਇਹ ਤਾਂ ਪੂਰੇ ਮੁਕੰਮਲ ਸ਼ਾਂਤੀ ਨਾਲ ਆਏ ਨੇ। ਜੇਕਰ ਹਰਿਆਣੇ ਵਿੱਚ ਏਡੀਆਂ ਵੱਡੀਆਂ ਮੁਸ਼ਕਲਾਂ ਸੀ, ਉੱਥੇ ਵੀ ਹਿੰਸਕ ਨਹੀਂ ਹੋਏ, ਤੇ ਮਹੀਨਾ ਹੋਣ ਵਾਲਾ, ਡੇਢ ਮਹੀਨਾ ਹੀ ਹੋ ਗਿਆ ਦਿੱਲੀ ਬੈਠਿਆਂ ਨੂੰ, ਉੱਥੇ ਕੋਈ ਇਹੋ ਜਿਹੀ ਮਾੜੀ ਗੱਲ ਨਹੀਂ ਕੀਤੀ। ਤੇ ਇੰਨੇ ਮਾਡਲ, ਇੰਨੇ ਸਿਆਣੇ, ਇੰਨੇ ਸੂਝਵਾਨ ਵਿਅਕਤੀ ਦੇ ਤੌਰ ਤੇ ਨੇ ਕਿ ਉੱਥੇ ਗੰਦ ਮਾੜਾ ਜਿਹਾ ਨਹੀਂ ਪੈਣ ਦਿੰਦੇ। ਹਾਲਾਂਕਿ ਏਡੀ ਵੱਡੀ ਆਬਾਦੀ ਆ, ਲੰਗਰ ਲੱਗੇ ਹੋਏ ਨੇ, ਕੋਈ ਮਾੜਾ ਮੋਟਾ ਕਿਣਕਾ ਵੀ ਥੱਲੇ ਨਹੀਂ ਰਹਿਣ ਦਿੰਦੇ, ਸਫਾਈਆਂ ਕਰਦੇ। ਸੋ ਸਿੱਖਾਂ ਨੇ ਇਸ ਸੰਘਰਸ਼ ਦੌਰਾਨ ਸਾਰੇ ਸੰਸਾਰ ਦੇ ਵਿੱਚ ਵੀ ਬੱਲੇ ਬੱਲੇ ਖੱਟੀ, ਤੇ ਸਾਰੇ ਭਾਰਤੀਆਂ ਦੇ ਕੋਲੋਂ ਵੀ ਇੰਨਾ ਅਦਬ ਸਤਿਕਾਰ ਹਾਸਲ ਕੀਤਾ ਹੈ, ਇੰਨਾ ਪਿਆਰ ਹਾਸਲ ਕੀਤਾ ਕਿ ਲੋਕ ਕਹਿੰਦੇ ਵੀ ਜੇ ਇਹ ਖਾਲਿਸਤਾਨੀ ਹੁੰਦੇ ਆ ਨਾ, ਫਿਰ ਅਸੀਂ ਖਾਲਿਸਤਾਨੀ ਹੋਈ ਆ। ਸੋ ਕਾਮਰੇਡਾਂ ਦੀ ਉਹ ਸਾਰੀ ਜਿਹੜੀ ਜੈਦਵਾ ਕਿ ਅਸੀਂ ਇਸ ਸੰਘਰਸ਼ ਨੂੰ ਕਾਮਰੇਡਾਂ ਦਾ ਸੰਘਰਸ਼ ਬਣਾ ਕੇ ਰੱਖਣਾ, ਉਹ ਆਪਦੀ ਥਾਂ ਤੇ ਹੈ। ਪਰ ਖਾਲਸਾ ਪੰਥ ਨੇ ਆਪਦਾ ਹਿੱਸਾ ਇਸ ਸੰਘਰਸ਼ ਵਿੱਚ ਪਾਇਆ ਵੀ ਆ ਤੇ ਲੋਕਾਈ ਦੇ ਕੋਲੋਂ ਲਿਆ ਵੀ ਆ। ਇਹ ਬੇਸ਼ੱਕ ਆਪਦੇ ਭਰਮ 'ਚ ਹੋਣ ਕਿ ਅਸੀਂ ਕਾਮਰੇਡਾਂ ਤੇ ਇੱਥੇ ਅਸੀਂ ਐਂਟੀ ਪੰਥਕ ਗੱਲਾਂ ਕਰਾਂਗੇ ਜਾਂ ਅਸੀਂ ਇੱਥੋਂ ਸਿੱਖੀ ਦੀ ਗੱਲ ਨਹੀਂ ਚੱਲਣ ਦਿਆਂਗੇ, ਪਰ ਜਿਹੜੀਆਂ ਦੂਜੀਆਂ ਸਟੇਟਾਂ ਦੇ ਲੋਕ ਆਉਂਦੇ ਆ ਉਹ ਦੇਖਦੇ ਆ ਕਿ ਇਹ ਸਿੱਖਾਂ ਦਾ ਸੰਘਰਸ਼ ਆ, ਤੇ ਉਹ ਆ ਕੇ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਹੀ ਬੁਲਾਉਂਦੇ ਆ।
ਤੇ ਜਦੋਂ ਕੋਈ ਗੱਲ ਚੱਲਦੀ ਆ ਟਕੈਤ ਦੀ ਉਦੋਂ ਸੁਣਦੇ ਸੀ, ਕਹਿੰਦਾ ਮੰਦਰਾਂ ਵਾਲਿਓ ਤੁਸੀਂ ਵੀ 4 ਪੈਸੇ ਕੱਢ ਲਓ, ਗੁਰਦੁਆਰੇ ਵਾਲਿਆਂ ਨੇ ਤਾਂ ਗੁਰੂ ਕੇ ਲੰਗਰ ਲਾਏ ਪਏ ਨੇ। ਸੋ ਬੜੀ ਚੰਗੀ ਤੇ ਹਾਂ ਪੱਕੀ ਗੱਲ ਸਾਰੀ ਚੱਲ ਰਹੀ ਆ। ਇਸ ਵਿੱਚ ਜਿਹੜਾ ਕਾਮਰੇਡ ਲੌਂਗਲਾਣਾ ਉਹਦੀ ਹੁਣ ਪਰਖ ਹੋਣੀ ਆ। ਦੁਨੀਆ ਨੇ ਪੁੱਛਣਾ ਕਿ ਤੁਸੀਂ ਕਹਿੰਦੇ ਹੁੰਦੇ ਸੀਗੇ ਵੀ ਇਹਨਾਂ ਨੂੰ ਅਕਲ ਨਹੀਂ ਸੀ, ਸਿੱਖਾਂ ਨੂੰ ਇਹ ਹਿੰਸਕ ਹੋ ਗਏ ਸੀ। ਆ ਹੁਣ ਦੇਖੋ ਸਟੇਟ ਦਾ ਪੂਰਾ ਘੇਰਾ ਕਿਸ ਤਰੀਕੇ ਦਾ ਪਾਇਆ ਜਾ ਰਿਹਾ। ਤੇ ਜੇਕਰ ਕੋਈ ਕਲੈਣੀ ਘਟਨਾ ਵਾਪਰਾ ਦੇਵੇ ਸਰਕਾਰ, ਫਿਰ ਸਿੱਖ ਜਿਵੇਂ 1984 ਤੋਂ ਬਾਅਦ ਹਥਿਆਰਬੰਦ ਸੰਘਰਸ਼ ਵਾਲੇ ਪਾਸੇ ਨੂੰ ਤੁਰਨ ਲਈ ਮਜਬੂਰ ਹੋਏ, ਕੋਈ ਰਾਹ ਨਹੀਂ ਰਹਿਣ ਦਿੱਤਾ, ਫਿਰ ਆਪਾਂ ਇਸ ਸੰਘਰਸ਼ ਵਿੱਚ ਸ਼ਾਮਲ ਨੌਜਵਾਨਾਂ ਨੂੰ ਜਦੋਂ ਉਹਨਾਂ ਦੀ ਅਣਖ ਗੈਰਤ ਨੂੰ ਸਵੈਮਾਨ ਨੂੰ ਬਿਨਾਂ ਕਿਸੇ ਗੱਲ ਤੋਂ ਸੱਟ ਮਾਰੇ ਮੋਦੀ ਸਰਕਾਰ, ਤੇ ਆਪਣੇ ਬੰਦੇ ਵੀ ਤਾਂ ਫਿਰ ਇਹੀ ਕੁਝ ਕਰਨਗੇ। ਐਵੇਂ ਭੰਡੀ ਗਏ ਹੋ ਕਾਮਰੇਡੋ ਕੇ ਖਾੜਕੂ ਬਣ ਗਏ, ਪਾਕਿਸਤਾਨ ਨੂੰ ਚਲੇ ਗਏ, ਹਥਿਆਰ ਲਿਆਂਦੇ ਜੀ, ਦੁਸ਼ਮਣ ਮਾਰਤੇ, ਜਿਹੜੇ ਆਹ ਮਾਰਿਆ ਜੀ, ਫਲਾਨਾ ਮਾਰਿਆ, ਤੇ ਭਾਈ ਤੁਸੀਂ ਉਹਨਾਂ ਨੂੰ ਭੰਡਦੇ ਰਹੇ ਜੁਝਾਰੂਆਂ ਨੂੰ। ਕਾਮਰੇਡੋ ਹੁਣ ਤੁਸੀਂ ਦੱਸੋ ਵੀ ਜੇਕਰ ਅੱਜ ਬਿਲਕੁਲ ਸ਼ਾਂਤੀਪੂਰਵਕ ਲੜਦਿਆਂ ਉੱਤੇ ਇੰਡੀਅਨ ਸਟੇਟ ਸਿਸਟਮ ਮੋਦੀ ਸਰਕਾਰ ਜ਼ੁਲਮ ਕਰੇ, ਤੇ ਇੱਥੇ ਹੁਣ ਬੰਗਾ ਪਾ ਕੇ ਆਰਾਮ ਨਾਲ ਬਹਿ ਜਾਈਏ। ਇਹ ਜਿਹੜਾ ਕਹਿੰਦੇ ਹੋ ਕਿ ਇਨਕਲਾਬ ਲਿਆਉਣਾ, ਕ੍ਰਾਂਤੀ ਲਿਆਉਣੀ ਆ, ਇਹ ਜੀ ਅਸੀਂ ਜਿਹੜੇ ਜੋ ਤੇਰੀ ਦਸਤਾਰ ਨੂੰ ਪੈਂਦੇ ਤੋੜ ਦਈ ਉਹ ਗੁੱਟ ਵੇ ਉੱਠਣ ਦਾ ਵੇਲਾ, ਇਹ ਜਿਹੜੇ ਹੋਕੇ 'ਚ ਦਿੰਦੇ ਹੋ ਬੜੇ ਤੱਤੇ ਤੱਤੇ ਗਾਣੇ ਕਵਿਤਾਵਾਂ ਜੀਆਂ, ਉੱਥੇ ਜਿਹੜੇ ਡਰਾਮੇ 'ਚ ਡਫਲੀਆਂ ਜੀਆਂ ਫੜ ਕੇ ਗਾਉਂਦੇ, ਉਹਦੇ 'ਚ ਕਹਿੰਦੇ ਤੇ ਇਹੀ ਹੋਣਾ ਵੀ ਚੱਕ ਦਿਆਂਗੇ। ਤੇ ਜਦੋਂ ਚੱਕਣ ਵਾਲਾ ਕੰਮ ਆ ਗਿਆ ਉਦੋਂ ਫਿਰ ਸਾਤੋਂ ਬੰਗਾ ਨਹੀਂ ਨਾ ਪਾਈਆਂ ਜਾਣੀਆਂ। ਇਹ ਯੂਥ ਜਿਹੜਾ ਜਿਹਨੂੰ ਨਾਲ ਲੈ ਕੇ ਹੁਣ ਤੱਕ ਕਾਮਰੇਡ ਸਿੱਖਾਂ ਨੂੰ ਭੰਡਦੇ ਰਹੇ ਆ, ਦੋਸ਼ੀਆਂ ਵਾਲੇ ਕਟਹਿਰੇ 'ਚ ਖੜਾ ਕਰਦੇ ਰਹੇ ਆ, ਉਹ ਆਉਣ ਵਾਲੇ ਦਿਨਾਂ 'ਚ ਪੁੱਛੋ ਜ਼ਰੂਰ। ਦੂਜੀ ਗੱਲ ਇਹ ਕਹਿੰਦੇ ਆ ਕਿ ਜੀ ਹਰ ਵਾਰੀ ਬਿਨਾਂ ਕਿਸੇ ਗੱਲ ਤੋਂ ਨਵੀਆਂ ਮੰਗਾਂ ਛੇੜ ਲੈਂਦੇ ਸੀ। ਜਿਹੜਾ ਮੇਨ ਮੁੱਦਾ ਸੀ ਕਪੂਰੀ ਨਹਿਰ ਦਾ ਮੋਰਚਾ ਜਾਂ ਧਰਮ ਯੁੱਧ ਮੋਰਚੇ ਦੀਆਂ ਮੁੱਖ ਮੰਗਾਂ, ਉਹ ਤਾਂ ਕਹਿੰਦੇ ਬਾਅਦ 'ਚ ਪਾਸੇ ਰਹਿ ਗਈਆਂ। ਭਾਈ ਤੁਸੀਂ ਜਦੋਂ ਮੀਟਿੰਗਾਂ ਤੇ ਜਾਂਦੇ ਹੋ, ਹੁਣ ਕਦੇ ਪਾਣੀ ਦੇ ਬਿਜਲੀ ਦੇ ਬਿੱਲਾਂ ਦਾ ਮਸਲਾ ਆ ਜਾਂਦਾ, ਬਿਜਲੀ ਦਾ ਜਿਹੜਾ ਨਵਾਂ ਬਣਾਉਣ ਲੱਗੇ ਸੀ ਕਾਨੂੰਨ, ਕਦੇ ਪਰਾਲੀ ਵਾਲਾ ਆ ਜਾਂਦਾ, ਫਿਰ ਤੁਸੀਂ ਕਾਹਤੋਂ ਨਵੇਂ ਛੇੜਦੇ ਹੋ? ਤੁਸੀਂ ਕਾਹਤੋਂ ਕਹਿੰਦੇ ਹੋ ਵੀ ਅਸੀਂ ਨਹੀਂ ਜੀ ਹੋਰ ਕੋਈ, ਤੁਸੀਂ ਕਹਿਦਾ ਕਰੋ ਵੀ ਅਸੀਂ ਤਾਂ ਇਕੱਲਾ ਉੱਥੇ ਰਹਿਣਾ। ਕਿਉਂ ਨਹੀਂ ਰਹਿ ਸਕਦੇ? ਕਿਉਂਕਿ ਨਵੇਂ ਮੁੱਦੇ ਪੈਦਾ ਹੁੰਦੇ ਆ, ਉਹਨਾਂ ਨੂੰ ਐਡਰੈਸ ਕੀਤੇ ਬਿਨਾਂ ਸਰਦਾ ਨਹੀਂ। ਇਹੀ ਉਦੋਂ ਸਿੱਖ ਲੀਡਰਸ਼ਿਪ ਦੀ ਮਜਬੂਰੀ ਸੀ ਕਿ ਸਟੇਟ ਗੌਰਮੈਂਟ ਮੌਕੇ ਦੇ ਉੱਤੇ ਨਵੇਂ ਮੁੱਦੇ ਪੈਦਾ ਕਰ ਦਿੰਦੀ ਆ, ਜਿਨ੍ਹਾਂ ਨੂੰ ਐਡਰੈਸ ਕੀਤੇ ਬਗੈਰ ਗੁਜ਼ਾਰਾ ਨਹੀਂ। ਤੇ ਨਾਲ ਦੀ ਨਾਲ ਫਿਰ ਸਟੇਟ ਗੌਰਮੈਂਟ ਭੰਡਦੀ ਆ ਕਿ ਜਿਹੜੇ ਗੱਲ ਦੇ ਲਈ ਬਹਿਣਾ ਸੀ ਇਹਨਾਂ ਤਾਂ ਹੋਰ ਹੀ ਕਥਾ ਛੇੜਤੀ। ਤੇ ਉਦੋਂ ਭੰਡ ਭੰਡਈਏ ਦੇ ਵਿੱਚ ਕਾਮਰੇਡ ਲੌਂਗਲਾਣੇ ਨੇ ਪੂਰਾ ਦਿੱਲੀ ਦਾ ਸਾਥ ਦਿੱਤਾ। ਤੀਜੀ ਗੱਲ ਇਹ ਕਿ ਭੰਡੀ ਪ੍ਰਚਾਰ ਅੱਜ ਵੀ ਘੱਟ ਨਹੀਂ ਹੋ ਰਿਹਾ। ਅੱਜ ਤਾਂ ਸੋਸ਼ਲ ਮੀਡੀਆ ਉੱਤੇ ਨਾਲ ਦੀ ਨਾਲ ਸੰਘਰਸ਼ੀਲ ਧਿਰਾਂ ਠੋਕਵਾਂ ਜਵਾਬ ਦੇਣ ਜੋਗੀਆਂ ਨੇ। ਅੱਜ ਤਾਂ ਸੰਘਰਸ਼ੀਲ ਧਿਰਾਂ ਆਪਦਾ ਪੱਖ ਰੱਖਣ ਜੋਗੀਆਂ ਨੇ। ਉਹਨਾਂ ਦਿਨਾਂ 'ਚ ਤਾਂ ਸੁਣਦਾ ਹੀ ਕੋਈ ਨਹੀਂ ਸੀ। ਸੰਤ ਭਿੰਡਰਾਂ ਵਾਲੇ ਕਲਪ ਕੇ ਮਰ ਜਾਂਦੇ ਸੀ ਵੀ ਜੋ ਕੁਝ ਮੈਂ ਕਿਹਾ ਉਹ ਤਾਂ ਲੱਗਿਆ ਨਹੀਂ, ਆਪਦੇ ਕੋਲੋਂ ਮਨ ਹੀ ਲਾਤੀਆਂ ਗੱਲਾਂ। ਜਿਵੇਂ ਅੱਜ ਕਹਿੰਦੇ ਆ ਕਿ ਇਸ ਸੰਘਰਸ਼ ਦੇ ਮਗਰ ਫਲਾਨਾ ਧਮਕਾਨਾ, ਉਦੋਂ ਵੀ ਕਹਿੰਦੇ ਸੀ ਇਹਦੇ ਮਗਰ ਕਾਂਗਰਸ ਆ, ਇਹਦੇ ਮਗਰ ਫਲਾਨਾ। ਤੇ ਇਹ ਸਾਰੇ ਕਾਸੇ ਦਾ ਕੂੜ ਪ੍ਰਚਾਰ ਪੰਥ ਅਤੇ ਪੰਜਾਬ ਦੇ ਦੁਸ਼ਮਣਾਂ ਨੇ ਤਾਂ ਕਰਨਾ ਹੀ ਸੀ, ਇੰਡੀਅਨ ਸਟੇਟ ਸਿਸਟਮ ਨੇ, ਖੁਫੀਆ ਏਜੰਸੀਆਂ ਨੇ ਤਾਂ ਕਰਨਾ ਹੀ ਸੀ, ਪਰ ਆ ਕਾਮਰੇਡਾਂ ਨੇ ਕੋਈ ਕਸਰ ਨਹੀਂ ਛੱਡੀ। ਇਹਨਾਂ ਨੇ ਪੂਰਾ ਰੱਜ ਕੇ ਭੰਡਿਆ। ਉਹਨਾਂ ਦੇ ਅਸਰ ਕਰਕੇ ਸਾਡੀ ਕੌਮ ਦਾ ਬਹੁਤ ਵੱਡਾ ਹਿੱਸਾ ਸੰਘਰਸ਼ ਦੇ ਉਲਟ ਭੁਗਤ ਗਿਆ। ਇੰਨਾ ਹੀ ਨਹੀਂ, ਇਹਨਾਂ ਲੋਕਾਂ ਨੇ ਹਥਿਆਰ ਸਰਕਾਰ ਤੋਂ ਲੈ ਕੇ ਵੀ ਉਹਨਾਂ ਲੋਕਾਂ ਦਾ ਵਿਰੋਧ ਕੀਤਾ ਜਿਹੜੇ ਸਿੱਖ ਆਪਦੀ ਕੌਮ ਦੇ ਸਵੈਮਾਨ ਲਈ ਲੜ ਰਹੇ ਸੀ। ਇਹ ਕਹਿੰਦੇ ਜੀ ਅਸੀਂ ਸਟੇਟ ਦੇ ਜ਼ਬਰ ਦਾ ਤੇ ਸਿੱਖ ਜੁਝਾਰੂ ਲਹਿਰ ਵੱਲੋਂ ਕੀਤੀਆਂ ਜਾ ਰਹੀਆਂ ਗਲਤ ਕਾਰਵਾਈਆਂ ਦਾ ਇੱਕੋ ਜਿਹਾ ਵਿਰੋਧ ਕਰਦੇ ਸੀ। ਬਿਲਕੁਲ ਸਰਾਸਰ ਝੂਠ ਬੋਲਦੇ ਰਹੇ। ਇਹ ਦਿੱਲੀ ਦੇ ਦਲਾਲ ਬਣ ਕੇ, ਕਾਂਗਰਸ ਦੇ ਏਜੰਟ ਬਣ ਕੇ, ਆ ਜਿਹੜੇ ਪਿੱਛੇ ਜੇ ਰਵੀਸ਼ ਕੁਮਾਰ ਨੇ ਬੜੀ ਇੱਕ ਡਾਕੂਮੈਂਟਰੀ ਜੀ ਬਣਾ ਕੇ ਦਿਖਾ ਕੇ ਸਾਬਤ ਕੀਤਾ ਕਿ ਇਹ ਤਾਂ ਖਾਲਿਸਤਾਨੀਆਂ ਨਾਲ ਲੜਦੇ ਰਹੇ ਆ। ਅਸਲ ਵਿੱਚ ਇਹ ਸਾਰੇ ਦੇ ਸਾਰੇ ਬੰਦੇ ਜਿਹੜੇ ਮਾਰੇ ਗਏ ਆ ਉਸ ਦਿਨਾਂ 'ਚ ਕਾਮਰੇਡ ਬੜੇ ਮਾਰਨੇ ਪਏ। ਜਦੋਂ ਦਿੱਲੀ ਦੇ ਨਾਲ ਸਿੱਖਾਂ ਦੀ ਲੜਾਈ ਆ, ਤੁਸੀਂ ਵਿੱਚੋਂ ਧਾਰਾ ਲੈਣੀ ਆ। ਅੱਜ ਕਾਮਰੇਡ ਜੇਕਰ, ਵੈਸੇ ਤਾਂ ਇਹ ਸੰਘਰਸ਼ ਉਵੇਂ ਦਾ ਹੈ ਨਹੀਂਗਾ, ਪਰ ਜੇ ਕਾਮਰੇਡ ਇਕੱਲੇ ਸੱਚੇ ਸੁੱਚੇ ਹਿਰਦੇ ਨਾਲ ਪੰਥ ਦੇ, ਪੰਜਾਬ ਦੇ ਪੰਥ ਦੀ ਗੱਲ ਤਾਂ ਵੱਖਰੀ, ਚਲੋ ਲੋਕਾਂ ਦੇ ਸੱਚੇ ਸੁੱਚੇ ਮੁੱਦਿਆਂ ਦੇ ਉੱਤੇ ਲੜਾਈ ਲੜ ਰਹੇ ਹੋਣ ਤੇ ਸਿੱਖ ਜਗਤ ਐਵੇਂ ਕਾਮਰੇਡਾਂ ਦੇ ਖਿਲਾਫ ਡਟਿਆ ਫਿਰੇ, ਫਿਰ ਕਾਮਰੇਡ ਜੁਝਾਰੂਆਂ ਨੂੰ ਇਹ ਹੱਕ ਵਾ ਕਿ ਉਹ ਸਿੱਖਾਂ ਦੇ ਗਲ ਪੈਣ। ਉਵੇਂ ਉਸ ਦੌਰਾਨ ਸਾਡੀ ਲਹਿਰ ਨੇ ਕੀਤਾ। ਸੋ ਇਸ ਮੌਕੇ ਜੋ ਸਬਕ ਅਸੀਂ ਪਿਛਲੇ 40 ਸਾਲ 'ਚ ਸਿੱਖੇ, ਉਹਨਾਂ ਨੂੰ ਅਮਲ 'ਚ ਲਿਆਉਂਦੇ
ਹੋਣ ਕਰਕੇ ਅਸੀਂ ਕੋਈ ਇਹੋ ਜਿਹੀ ਹਰਕਤ ਨਹੀਂ ਕਰਾਂਗੇ ਜਿਹਦੇ ਨਾਲ ਇਸ ਸੰਘਰਸ਼ ਨੂੰ ਸੱਟ ਵੱਜੇ। ਇਕੱਠੇ ਤੁਰੇ ਸੀ, ਕਾਮਰੇਡ ਭੱਜਦੇ ਆ ਭੱਜ ਜਾਣ, ਪਰ ਅਸੀਂ ਇਸ ਸੰਘਰਸ਼ ਦੇ ਵਿੱਚ ਆਖਰੀ ਦਮ ਤੱਕ ਖੜਾਂਗੇ, ਲੜਾਂਗੇ। ਕਿਉਂ ਲੜਾਂਗੇ? ਇੱਕ ਤਾਂ ਸਾਡੀ ਡੈਡੀਕੇਸ਼ਨ ਆ, ਕਮਿਟਮੈਂਟ ਆ, ਸਾਡੀਆਂ ਆਉਣ ਵਾਲੀਆਂ ਨਸਲਾਂ ਦੇ ਭਵਿੱਖ ਦਾ ਸਵਾਲ ਹੈ। ਦੂਜਾ ਇਹ ਹੈ, ਆ ਜਿੰਨਾ ਸਿੱਖ ਜਗਤ ਦਾ ਹਿੱਸਾ ਕਾਮਰੇਡਾਂ ਦੇ ਕੂੜ ਪ੍ਰਚਾਰ ਦਾ ਸ਼ਿਕਾਰ ਹੋ ਕੇ ਸਾਡੇ ਲਹਿਰ ਦੇ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਭਾਈ ਫੌਜਾ ਸਿੰਘ ਹੋਣੀ, ਜਾਂ ਬਾਅਦ ਵਿੱਚ ਜਿਹੜੀਆਂ ਸਿੱਖ ਸੰਘਰਸ਼ ਦੀਆਂ ਜਥੇਬੰਦੀਆਂ ਸੀ, ਈਵਨ ਕਿ ਅਕਾਲੀ ਲੀਡਰਸ਼ਿਪ ਨੂੰ ਵੀ ਭੰਡਦੇ ਰਹੇ ਆ। ਇਹ ਸਾਰਾ ਜਿਹੜਾ ਸਿੱਖਾਂ ਨੂੰ ਤੇ ਸਿੱਖੀ ਨੂੰ ਭੰਡਿਆ, ਜਿਹੜੇ ਸਾਡੇ ਕੌਮ ਦੇ ਬੰਦੇ ਇਹਨਾਂ ਦੇ ਜਾਲ 'ਚ ਫਸੇ ਹੋਏ ਨੇ, ਅੱਜ ਵੀ ਨਹੀਂ ਹਟਦੇ ਭਕਾਈ ਮਾਰਨੋਂ, ਉਹ ਸਾਰਿਆਂ ਨੂੰ ਇਸ ਸੰਘਰਸ਼ ਤੋਂ ਬਾਅਦ ਸ਼ਰਮ ਆਇਆ ਕਰੂਗੀ। ਬਈ ਉਹੀ ਸਥਿਤੀ, ਉਹੀ ਮਾਹੌਲ ਜਦੋਂ ਸਿੱਖਾਂ ਦੇ ਪੇਸ਼ ਪਿਆ, ਉਦੋਂ ਕਾਮਰੇਡ ਆਪਦੀ ਵਿਦਵਤਾ ਦੇ ਨਾਲ, ਆਪਦੇ ਗਿਆਨ ਦੇ ਨਾਲ ਉਹਨਾਂ ਨੂੰ ਦੋਸ਼ੀਆਂ ਵਾਲੇ ਕਟਹਿਰੇ 'ਚ ਖੜਾ ਕਰ ਜਾਂਦੇ ਰਹੇ ਤੇ ਅਸੀਂ ਉਹਦੇ ਮਗਰ ਲੱਗਦੇ ਰਹੇ। ਪਰ ਜਦੋਂ ਉਸੇ ਸਥਿਤੀ ਵਿੱਚ, ਉਸੇ ਮਾਹੌਲ ਵਿੱਚ ਦੀ ਕਿਸਾਨੀ ਸੰਘਰਸ਼ ਮੌਕੇ ਇਸ ਲੀਡਰਸ਼ਿਪ ਨੂੰ ਲੰਘਣਾ ਪਿਆ, ਤਾਂ ਸਿੱਖਾਂ ਨੇ ਉਹੋ ਜਿਹਾ ਕਮਲ ਨਹੀਂ ਕੁੱਟਿਆ। ਸਿੱਖਾਂ ਨੇ ਕਿਹਾ ਸਾਨੂੰ ਪਤਾ ਸਰਕਾਰ ਕੀ ਕਰਦੀ ਹੁੰਦੀ ਹੈ, ਅਸੀਂ ਪਿੰਡੇ ਤੇ ਹੰਢਾਈਆਂ ਨੇ, ਸਾਨੂੰ ਪਤਾ ਕਾਂਗਰਸ ਕਿਵੇਂ ਸਾਨੂੰ ਬਦਨਾਮ ਕਰਦੀ ਹੁੰਦੀ ਸੀ ਉਹਨਾਂ ਦਿਨਾਂ ਦੇ ਵਿੱਚ। ਉਦੋਂ ਮੋਦੀ ਵਾਂਗੂ ਕਾਂਗਰਸ ਜ਼ੁਲਮ ਕਰਦੀ ਸੀ, ਉਦੋਂ ਮੋਦੀ ਵਾਂਗੂ ਇੰਦਰਾ ਜ਼ੁਲਮ ਕਰਦੀ ਸੀ, ਉਦੋਂ ਮੋਦੀ ਵਾਂਗੂ ਸਾਡੇ ਹੱਕਾਂ ਨੂੰ ਦੱਬੀ ਬੈਠੀ ਸੀ ਕਾਂਗਰਸ, ਉਦੋਂ ਸਾਡੇ ਖਿਲਾਫ ਸੀ ਕਾਂਗਰਸ। ਅੱਜ ਮੋਦੀ ਆ, ਅੱਜ ਮੋਦੀ ਜਿਹੜੀਆਂ ਕਮੀਨੀਆਂ ਚਾਲਾਂ ਮੋਦੀ ਤੰਤਰ ਚਲਾ ਰਿਹਾ, ਜੋ ਕੁਝ ਅੱਜ ਭਾਣੇ ਵਾਪਰ ਰਹੇ ਨੇ ਸਟੇਟ ਮਸ਼ੀਨਰੀ ਵੱਲੋਂ, ਇਹੀ ਉਦੋਂ ਸੀ। ਅੱਜ ਆਖਿਆ ਨਾ ਸਾਰੀ ਕਿਸਾਨ ਲੀਡਰਸ਼ਿਪ ਨੇ ਕਿ ਅਸੀਂ ਤਾਂ ਜੀ ਇਹਨਾਂ ਸੁਪਰੀਮ ਕੋਰਟ ਦੇ ਫੈਸਲਿਆਂ ਨੂੰ ਕੋਈ ਨਹੀਂ ਮੰਨਾਂਗੇ, ਅਸੀਂ ਤਾਂ ਜੀ ਉੱਥੇ ਗਏ ਨਹੀਂ, ਅਸੀਂ ਤਾਂ ਕਮੇਟੀ ਮੰਗੀ ਨਹੀਂ। ਤੇ ਜੇ ਕਿਤੇ ਸਿੱਖ ਉਦੋਂ ਕਹਿੰਦੇ ਸੀ ਕਿ ਅਸੀਂ ਨਹੀਂ ਇਸ ਸੰਵਿਧਾਨ ਨੂੰ ਮੰਨਦੇ, ਇਹਦੇ ਹੁੰਦਿਆਂ ਸਾਡੇ ਹੱਕ ਦੱਬੇ ਜਾ ਰਹੇ ਆ, ਸਾਨੂੰ ਇਨਸਾਫ ਨਹੀਂ ਮਿਲਦਾ। ਸਿੱਖਾਂ ਨੂੰ ਹਿੰਦੂ ਲਿਖਿਆ, ਸੰਵਿਧਾਨ ਦੀ ਧਾਰਾ 25 ਦੀ ਇੱਕ ਫੋਟੋ ਕਾਪੀ ਸਿੱਖ ਲੀਡਰਸ਼ਿਪ ਨੇ ਪਾੜਨ ਦਾ ਅਹਿਦ ਕਰ ਲਿਆ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਕਿਹਾ ਗਿਆ, ਉਹ ਸਿੱਖ ਕੌਮ ਦੇ ਨੁਮਾਇੰਦੇ ਵਜੋਂ ਉੱਥੇ ਹੋਰ ਨਾਂ ਦੇ ਨਾਲ ਦਿੱਲੀ 'ਚ ਇਹ ਪਾੜਦੇ ਆ। ਉਹ ਫੋਟੋ ਬੜੀ ਮਸ਼ਹੂਰ ਰਹੀ ਹੈ। ਬਿਲਕੁਲ ਸਹੀ ਐਕਸ਼ਨ ਕੀਤਾ ਸੀ ਉਸ ਟਾਈਮ ਸਿੱਖ ਜਗਤ ਨੇ। ਇਹੋ ਜਿਹਾ ਸੰਵਿਧਾਨ ਜਿਹੜਾ ਸਿੱਖਾਂ ਨੂੰ ਹਿੰਦੂ ਕਹਿੰਦਾ, ਹਿੰਦੂ ਹੋਣਾ ਸਾਡੇ ਲਈ ਗਾਲ ਵਰਗੀ ਗੱਲ ਵਾ। ਹਿੰਦੂ ਦੇ ਅਰਥ ਕੀ ਨੇ, ਕਿਵੇਂ ਨੇ, ਉਸ ਪਾਸੇ ਜਾਣ ਦੀ ਬਜਾਏ ਸਿੱਧਾ ਕਹਿੰਦੇ ਆ ਕਿ ਅਸੀਂ ਹਿੰਦੂ ਨਹੀਂ ਹੈਗੇ, ਅਸੀਂ ਸਿੱਖ। ਤੇ ਸਾਨੂੰ ਗਾਲ ਵਰਗੇ ਲੱਗਦੇ ਅੱਖਰ ਜਦੋਂ ਕਿਹਾ ਜਾਂਦਾ ਕਿ ਸਿੱਖ ਤਾਂ ਹਿੰਦੂ ਆ ਜਾਂ ਹਿੰਦੂਆਂ ਚੋਂ ਨਿਕਲਿਆ। ਨਿਕਲਦਾ ਆਏ ਨਾ, ਅਸੀਂ ਨਹੀਂ ਪੜਨਾ ਚਾਹੁੰਦੇ, ਅਸੀਂ ਉਹ ਗੰਦ ਪਹਿਲੇ ਜਿਹਾ ਸਾਰਾ ਨਹੀਂ ਦੇਖਣਾ ਚਾਹੁੰਦੇ ਜੋ ਇਸ ਵੇਲੇ ਹਿੰਦੂ ਧਰਮ ਦੀ ਸ਼ਾਨ ਆ। ਤੁਹਾਨੂੰ ਵਧੀਆ ਲੱਗਦਾ ਤੁਸੀਂ ਰੱਖੋ, ਸਾਨੂੰ ਨਹੀਂ ਮਨਜ਼ੂਰ ਹੈਗਾ। ਸੋ ਉਸ ਸਾਰੇ ਸੰਵਿਧਾਨ ਦੇ ਉਲਟ ਜਿਹੜਾ ਲੋਕਾਂ ਦੇ ਮਨਾਂ 'ਚ, ਸਿੱਖਾਂ ਦੇ ਮਨਾਂ 'ਚ ਰੋਸ ਸੀਗਾ, ਉਹਨੂੰ ਜ਼ਾਹਿਰ ਕਰ ਲਈ ਜੇ ਸੰਵਿਧਾਨ ਦੀ ਧਾਰਾ 25 ਵੀ ਸਾੜੀ, ਤਾਂ ਆ ਜਿਹੜੇ ਅੱਜ ਕਹਿੰਦੇ ਨੇ ਕਿ ਜੀ ਸੰਵਿਧਾਨਕ ਸੰਸਥਾ ਵਾ ਉਹ ਚਾਹੇ, ਪਰ ਅਸੀਂ ਇਹਦਾ ਨਹੀਂ ਮੰਨਣਾ ਹੈਗਾ 4 ਮੈਂਬਰੀ ਕਮੇਟੀ ਨੂੰ। ਤੇ ਉਦੋਂ ਇਹ ਕਹਿੰਦੇ ਸੀਗੇ ਜੀ ਸੰਵਿਧਾਨ ਦੀ ਬੇਅਦਬੀ ਨਹੀਂ ਸੀ ਕਰਨੀ ਜੀ, ਸੰਵਿਧਾਨ ਨੂੰ ਐ ਨਹੀਂ ਸੀ ਕਰਨਾ, ਸੰਵਿਧਾਨ ਨੂੰ ਉਹ ਨਹੀਂ ਸੀ ਕਰਨਾ। ਅੱਜ ਜਦੋਂ ਆਪਦੀ ਵਾਰੀ ਆਈ ਆ, ਅੱਜ ਕਾਹਤੋਂ ਤੁਹਾਨੂੰ ਸਟੈਂਡ ਲੈਣਾ ਪੈ ਰਿਹਾ? ਕਿਉਂਕਿ ਤੁਹਾਨੂੰ ਪਤਾ ਕਿ ਇਹ ਫੈਸਲਾ ਠੀਕ ਨਹੀਂ, ਸੁਪਰੀਮ ਕੋਰਟ ਦਾ ਫੈਸਲਾ ਠੀਕ ਨਹੀਂ, ਇਹ ਤੁਹਾਨੂੰ ਪਤਾ ਨਾ। ਇਵੇਂ ਉਸ ਵੇਲੇ ਸਾਨੂੰ ਪਤਾ ਸੀਗਾ ਕਿ ਸੰਵਿਧਾਨ ਠੀਕ ਨਹੀਂ ਹੈਗਾ। ਜੇ ਅਕਲ ਨਹੀਂ ਹੈਗੀ ਚੁੱਪ ਰਹੋ, ਪਰ ਆਪਦੀ ਵਿਦਵਤਾ ਦੇ ਨਾਲ, ਆਪਦੇ ਗਿਆਨ ਦੇ ਨਾਲ, ਜਿਹੜਾ ਕਿ ਅਧੂਰਾ ਲੰਗੜਾ ਗਿਆਨ ਆ, ਉਹਦੇ ਨਾਲ ਆਪਦੇ, ਕਿਉਂਕਿ ਧਰਤੀ ਦੇ ਸਭ ਤੋਂ ਆਪਦੇ ਆਪ ਨੂੰ ਸਭ ਤੋਂ ਵੱਡੇ ਸਿਆਣੇ ਮੰਨਿਆ ਹੋਇਆ ਵੀ ਅਸੀਂ ਬਹੁਤ ਧੂਆਂ ਧਾਰਾਂ, ਬਾਕੀ ਤਾਂ ਦੁਨੀਆ ਕਮਲਿਆਂ ਦੀ ਹੈ। ਸਿੱਖਾਂ ਨੂੰ ਤਾਂ ਸਭ ਤੋਂ ਵੱਡੇ ਕਮਲੇ ਮੰਨਦੇ ਹੋ ਤੁਸੀਂ। ਪਰ ਖੈਰ 40 ਸਾਲ ਤੁਸੀਂ ਜਿਨ੍ਹਾਂ ਲੋਕਾਂ ਨੂੰ ਮਗਰ ਲਾ ਕੇ 1978 ਤੋਂ ਹੁਣ ਤੱਕ ਦੇ ਸਿੱਖ ਸੰਘਰਸ਼ ਨੂੰ ਗਾਲਾਂ ਕਢਵਾਈਆਂ, ਭੰਡਿਆ, ਨਿੰਦਿਆ, ਹੁਣ ਵਕਤ ਆ ਰਿਹਾ ਤੁਹਾਨੂੰ ਜਾਂ ਤਾਂ ਐਡਮਿਟ ਕਰਨਾ ਪਊ, ਮੰਨਣਾ ਪਊ ਕਿ ਅਸੀਂ ਬਹੁਤ ਗਲਤੀ ਕੀਤੀ ਇਤਿਹਾਸਕ ਤੌਰ ਤੇ। ਸਾਨੂੰ ਉਹਨਾਂ ਯੋਧਿਆਂ ਦਾ ਸਾਥ ਦੇਣਾ ਚਾਹੀਦਾ ਸੀ ਜਿਹੜੇ ਖਾਲਿਸਤਾਨ ਦੇ ਰਾਹ ਪਏ। ਅਸੀਂ ਜੇ ਉਹਨਾਂ ਦਾ ਸਾਥ ਦਿੰਦੇ ਤਾਂ ਸਟੇਟ ਹੋ ਸਕਦਾ ਫੈਡਰਲਿਜ਼ਮ ਤੇ ਮੰਨ ਜਾਂਦੀ,
ਆਨੰਦਪੁਰ ਦੇ ਮਤੇ ਤੇ ਮੰਨ ਜਾਂਦੀ ਤੇ ਸਾਰੇ ਮੁਲਕ ਦੇ ਵਿੱਚ ਫੈਡਰਲ ਢਾਂਚਾ ਹੋ ਜਾਂਦਾ। ਇਹ ਤੁਹਾਨੂੰ ਮੰਨਣਾ ਪਊ ਵੀ ਜੇ ਖਾਲਿਸਤਾਨ ਤੇ ਗੱਲ ਨਾ ਵੀ ਆਉਂਦੀ ਤਾਂ ਵਿੱਚ ਵਿਚਾਲੇ ਵਾਲਾ ਰਾਹ ਨਿਕਲ ਆਉਂਦਾ। ਅਸੀਂ ਖਾਲਿਸਤਾਨੀ ਜੁਹਾਰੂਆਂ ਨੂੰ ਕਹਿਣ ਜੋਗੇ ਹੁੰਦੇ ਕਿ ਚਲੋ ਅੱਜ ਆਪਾਂ ਇੱਥੇ ਖੜ ਜਾਂਦੇ ਹਾਂ, ਖਾਲਿਸਤਾਨ ਲਈ ਲੜਾਈ ਜਾਰੀ ਰੱਖੋ, ਪਰ ਫੈਡਰਲ ਢਾਂਚਾ ਜਿਹੜਾ ਹੈਗਾ ਉਹ ਤਾਂ ਗੌਰਮੈਂਟ ਦੇਣ ਲੱਗੀ ਆ, ਉੱਥੇ ਤਾਂ ਆਪਾਂ ਮੰਨੀਏ। ਜਿਹੜੀ ਅੱਜ ਸਮੱਸਿਆ ਪੈਦਾ ਹੋ ਰਹੀ ਆ ਇਹ ਪੈਦਾ ਹੀ ਨਹੀਂ ਸੀ ਹੋਣੀ ਜੇਕਰ ਸਿੱਖਾਂ ਦਾ ਸਾਥ ਦਿੱਤਾ ਹੁੰਦਾ ਕਾਮਰੇਡਾਂ। ਆ ਸਾਰੀਆਂ ਕਿਸਾਨ ਜਥੇਬੰਦੀਆਂ ਦਾ ਦੋਸ਼ ਨਹੀਂ ਹੈਗਾ, ਇਹਨਾਂ ਦੇ ਵਿੱਚ ਲਾਲ ਝੰਡੇ ਵਾਲੇ, ਉਹਨਾਂ ਚੋਂ ਵੀ ਲਾਲ ਝੰਡੇ ਵਾਲਿਆਂ ਚੋਂ ਵੀ ਅਕਲ ਵਾਲੇ ਬੰਦੇ ਬਥੇਰੇ ਆ ਜਿਹੜੇ ਗੱਲ ਨੂੰ ਸਮਝਦੇ ਆ, ਪਰ ਉਹ ਜਿਹੜੇ ਐਂਟੀ ਸਿੱਖ ਨੇ ਜਿਨ੍ਹਾਂ ਦੇ ਦਿਮਾਗ 'ਚ ਕੁੱਤਾ ਕੀੜਾ ਬੜਿਆ ਹੋਇਆ, ਉਹਨਾਂ ਦੀ ਗੱਲ ਕਰ ਰਹੇ ਆ ਕਿ ਉਹਨਾਂ ਨੇ ਝੂਠਾ ਕੂੜ ਪ੍ਰਚਾਰ ਕਰਕੇ ਲੋਕਾਂ ਦੇ ਮਨਾਂ ਵਿੱਚ ਇਹ ਪਾਤਾ ਵੀ ਸਿੱਖਾਂ ਨੂੰ ਤਾਂ ਅਕਲ ਹੀ ਨਹੀਂ ਸੀ, ਸਰਕਾਰ ਨੇ ਮੰਨ ਜਾਣਾ ਸੀ, ਜੇ ਸ਼ਾਂਤੀਪੂਰਵਕ ਨਹੀਂ ਲੜੇ, ਸ਼ਾਂਤੀ ਹੋਈ ਰੱਖੀ ਸੀ, ਉਦੋਂ ਕਿਹੜਾ ਤੋਪਾਂ ਚਲਾਉਂਦੇ ਫਿਰਦੇ ਸੀ ਭਾਈ। ਪਰ ਜਦੋਂ ਸਿੱਖਾਂ ਦੇ ਧਰਮ ਸਥਾਨ ਦੇ ਉੱਤੇ ਹਮਲਾ ਕਰਕੇ ਸਿੱਖਾਂ ਨੂੰ ਧੱਕ ਕੇ ਕੰਧ ਨਾਲ ਲਾਤਾ ਤੇ ਸਿੱਖਾਂ ਦੀ ਸ਼ਰੇ ਬਾਜ਼ਾਰ ਪੱਗ ਲੈ ਕੇ ਉਹ ਮਾਰੀ ਤੇ ਸਿੱਖ ਕਰਦੇ ਕੀ? ਇੰਦਰਾ ਠੋਕੀ। ਇੰਦਰਾ ਠੋਕਣ ਤੋਂ ਬਾਅਦ ਜੋ ਕੁਝ ਹੋਇਆ ਸਾਡੀ ਕੌਮ ਨਾਲ, ਅਸੀਂ ਟਿਕ ਕੇ ਕਿਵੇਂ ਬਹਿ ਜਾਂਦੇ? ਇੱਕ GVS ਸਿੱਧੂ ਕਰਕੇ ਕੋਈ ਅਫਸਰ ਆ, ਹੁਣ ਵੀ ਉਹਨੇ ਕਿਤਾਬ ਜੀ ਲਿਖੀ ਆ ਖਾਲਿਸਤਾਨ ਬਾਰੇ, ਉਹਦੇ ਇੰਟਰਵਿਊ ਅੱਜ ਕੱਲ੍ਹ ਬੜੇ ਚੱਲਦੇ ਆ। ਕਹਿੰਦਾ ਤਾਂ ਸਾਰਾ ਕੁਝ ਉਹ ਉਹੀ ਆ ਜਿਹੜਾ ਕੁਝ ਬਾਕੀ ਭਾਰਤੀ ਖੁਫੀਆ ਏਜੰਸੀਆਂ ਦੇ ਅਫਸਰ ਭਗਾਈ ਮਾਰਦੇ ਹੁੰਦੇ ਆ। ਪਰ ਇੱਕ ਗੱਲ ਉਹ ਕਹਿੰਦਾ ਹੈ ਕਿ ਜੇ ਕਿਤੇ ਉਹਨਾਂ 1984 ਦੇ ਕਾਤਲਾਂ ਨੂੰ ਸਜ਼ਾਵਾਂ ਸਲੂਮਾਂ ਮਿਲ ਜਾਂਦੀਆਂ, ਐ ਹੋ ਜਾਂਦਾ, ਉਹ ਹੋ ਜਾਂਦਾ, ਪਰ ਕੋਈ ਦੇਣ ਨੂੰ ਰਾਜੀ ਆ ਇੱਥੇ? ਤੇ ਕਾਮਰੇਡ ਕਹਿੰਦੇ ਜੀ ਉਹ ਬੰਦੇ ਬੜੇ ਮਾੜੇ ਆ ਜਿਨ੍ਹਾਂ ਨੇ ਜੀ ਗੰਨ ਚੱਕੀ, ਹੋਰ ਗੰਨ ਚੱਕਣ ਤੋਂ ਬਿਨਾਂ ਬੰਗਾ ਪਾ ਕੇ ਬਹਿ ਜਾਂਦੇ ਹੋ। ਸੋ ਐਵੇਂ ਨਹੀਂ ਲੋਕ ਭਿੰਡਰਾਂ ਵਾਲੇ ਦੇ ਰਾਹ ਤੁਰੇ, ਐਵੇਂ ਨਹੀਂ ਲੋਕ ਕਾਂਗਰਸ ਦੇ ਦੁਸ਼ਮਣ ਬਣੇ, ਐਵੇਂ ਨਹੀਂ ਇਸ ਮੁਲਕ ਦੇ ਲੋਕਾਂ ਨੂੰ, ਸਰਕਾਰੀ ਅਧਿਕਾਰੀਆਂ ਨੂੰ ਮਾਰਨ ਪਏ, ਐਵੇਂ ਨਹੀਂ ਲੋਕ ਪਾਕਿਸਤਾਨ ਗਏ, ਐਵੇਂ ਨਹੀਂ ਲੋਕ ਰਾਤਾਂ ਕਮਾਦਾਂ 'ਚ ਕੱਟਦੇ ਫਿਰਦੇ ਸੀ, ਕਿਸੇ ਗੱਲ ਨੂੰ ਸੀ ਚੱਡੇ ਐਵੇਂ ਨਹੀਂ ਸੀ ਪੜਵਾਏ ਜਾਂਦੇ, ਮਾਵਾਂ ਧੀਆਂ ਥਾਣੇ 'ਚ ਨੰਗੀਆਂ ਐਵੇਂ ਨਹੀਂ ਸੀ ਕਰਵਾਈਆਂ, ਕਿਸੇ ਗੱਲ ਨੂੰ ਸੀ। ਉਹ ਸਾਰੇ ਕਾਸੇ ਨੂੰ ਭੰਡਣ ਨਿੰਦਣ ਤੇ ਜ਼ੋਰ ਲਾਤਾ। ਫਿਰ ਜਦੋਂ ਤੁਸੀਂ ਬਗੈਰ ਕਿਸੇ ਗੱਲ ਤੋਂ ਹਥਿਆਰ ਵਾਲੇ ਬੰਦੇ ਨੂੰ ਨਿੱਤ ਗਾਲਾਂ ਕੱਢੋ ਭੰਡੋ, ਫਿਰ ਉਹਨੇ ਚਾਰ ਠੋਕਣੇ ਸੀ, ਉਹਨੇ ਉਹੋ ਜਿਹਾ ਕੰਮ ਕਰਤਾ ਜਿਹਨਾਂ ਦੀਆਂ ਫੋਟੋਆਂ ਲਾ ਕੇ ਉੱਦਾਂ ਰਵੀਸ਼ ਫਿਲਮ ਚਲਾਉਂਦਾ ਫਿਰਦਾ ਸੀਗਾ ਜੀ, ਆਹ ਮਾਰਤੇ ਜੀ ਇਹਨਾਂ ਨੇ। ਉਹਦਾ ਗਾਹਾਂ ਵੀ ਕੱਲ ਕਲਾਂ ਨੂੰ ਵੀ ਇਹੋ ਜਿਹੀ ਗੱਲ ਤਾਂ ਹੈ ਨਹੀਂ ਕਿ ਕੋਈ ਵੀ ਸਿੱਖਾਂ ਦੇ ਕੋਲੇ ਜਿਹੜਾ ਆਪਦੇ ਧਰਮ ਲਈ ਮਰਨ ਦਾ ਤੇ ਮਾਰਨ ਦਾ ਜਜ਼ਬਾ ਘੱਟ ਵਾ, ਉਹ ਕੋਈ ਪਤਾ ਲੱਗਦਾ ਇੱਥੇ? ਆ ਹੁਣ ਮਹਿੰਦਰਪਾਲ ਬਿੱਟੂ ਬੇਅਦਬੀਆਂ ਦਾ ਦੋਸ਼ੀ ਸੀ, ਆ ਠੋਕੂ ਲਾਤਾ ਉੱਥੇ ਪਟਿਆਲੇ ਜੇਲ੍ਹ ਦੇ ਵਿੱਚ। ਆ ਪੂਲੇ ਦਾ ਸੀਗਾ, ਬੜਾ ਆਪਦੇ ਆਪ ਨੂੰ ਖੱਬੀ ਖਾਨ ਸਮਝਦਾ ਸੀਗਾ, ਰਗੜਦਾ ਸਿੰਘਾਂ ਨੇ। ਕੀ ਕਰੀਏ? ਸੋ ਇਹ ਜਿਹੜਾ ਮਾਹੌਲ ਆ, ਇਸ ਮਾਹੌਲ ਨੂੰ ਸਮਝਣ ਦੀ ਲੋੜ ਆ ਕਿ ਇਸ ਵਾਰੀ ਸਿੱਖ ਲੀਡਰਸ਼ਿਪ ਵਾਂਗੂ ਹੀ ਇੱਕ ਕ੍ਰਾਈਸਿਸ ਦਾ, ਇੱਕ ਸੰਕਟ ਦਾ ਦੌਰ ਜਿਹੜਾ ਹੈ ਉਹ ਇਸ ਕਿਸਾਨ ਲੀਡਰਸ਼ਿਪ ਦੇ ਸਾਹਮਣੇ ਆ ਰਿਹਾ। ਚਾਹੁੰਦੇ ਤਾਂ ਅਸੀਂ ਇਹ ਆ ਕਿ ਸੁਰਖਰੂ ਹੋ ਕੇ ਨਿਕਲਣ, ਪਰ ਅਕਲ ਤਾਂ ਇਹਨਾਂ ਨੂੰ ਆਊਗੀ ਹੋਈ, ਚਾਹੇ ਉਹ ਅਸਫਲ ਹੋ ਕੇ ਆ ਜਾਏ ਚਾਹੇ ਸਫਲ ਹੋ ਕੇ ਆ ਜਾਏ। ਘੱਟੋ ਘੱਟ ਸਿੱਖ ਇਸ ਜੰਗ ਦੇ ਵਿੱਚ ਭੱਜਣਗੇ ਨਹੀਂ, ਸਾਥ ਦੇਣਗੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਬੋਲਦਿਆਂ ਕੋਲੋਂ ਕੋਈ ਸ਼ਬਦ ਉੱਚਾ ਨੀਵਾਂ ਬੋਲਿਆ ਗਿਆ ਹੋਵੇ ਸੰਗਤ ਬਖਸ਼ਣਯੋਗ ਹੈ। ਫਤਿਹ ਅਰਜ ਕਰਦੇ ਹਾਂ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।